Hi everyone. In last video we discussed about the 4 applications. Now next one, speech recognition. Some intelligent systems are capable of hearing and comprehending the language in terms of sentences and their meaning while a human talks to it. It can handle different accents, slang words, noise in the background, change in human voice due to cold, etc. Speech recognition ਇੱਕ ਇਹੋ ਜਿਹਾ ਇੰਟੈਲੀਜੈਂਟ ਸਿਸਟਮ ਹੁੰਦਾ ਜਿਹਦੇ ਵਿੱਚ ਮਤਲਬ ਇੱਕ ਹਿਊਮਨ ਜਦੋਂ ਬੋਲਦਾ ਗਾ ਜਿੱਦਾਂ ਹੁੰਦਾ ਕਿ ਬੈਕਗਰਾਊਂਡ 'ਚ ਨੋਇਸ ਸਾਰੀ ਹੁੰਦੀ ਹੈ ਹੈ ਨਾ ਸਲੈਗ ਵਰਡਸ ਮਤਲਬ ਉਹਦੇ ਵਰਡ ਥੋੜ੍ਹੇ ਉਲਟੇ ਫੁਲਟੇ ਹੋ ਜਾਂਦੇ ਨੇ ਜਿਹਦੇ ਅਤੇ ਉਹਦਾ ਗਲਾ ਖਰਾਬ ਹੋਣ ਕਰਕੇ ਉਹਦੀ ਆਵਾਜ਼ ਖਰਾਬ ਹੋ ਜਾਂਦੀ ਉਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਉਹ ਇਗਨੋਰ ਕਰਕੇ ਮਤਲਬ ਡਿਲੀਟ ਕਰਕੇ ਤੁਹਾਨੂੰ ਜਿਹੜਾ ਉਹ ਇੱਕ ਮੀਨਿੰਗਫੁਲ ਇਨਫੋਰਮੇਸ਼ਨ ਦਿੰਦਾ ਇੱਕ ਮਤਲਬ ਕਲੀਅਰ ਇਨਫੋਰਮੇਸ਼ਨ ਦਿੰਦਾ ਜਿਹਦੇ ਨਾਲ ਤੁਹਾਨੂੰ ਹਰੇਕ ਵਰਡ ਹੈ ਜਿਹੜਾ ਉਹ ਕਲੀਅਰਲੀ ਸੁਣਾਈ ਦਿੰਦਾ ਅਤੇ ਤੁਸੀਂ ਈਜ਼ੀਲੀ ਹੈ ਜਿਹੜਾ ਉਹ ਅੰਡਰਸਟੈਂਡ ਕਰ ਸਕਦੇ ਹੋ ਇਹ ਕੀ ਹੁੰਦਾ speech recognition. Handwriting recognition. The handwriting recognition software reads the text written on paper by a pen or on screen by a stylus. It can recognize the shapes of the letter and convert it into editable ਟੈਕਸਟ ਇਹਦੇ ਵਿੱਚ ਹੈਂਡ ਰਾਈਟ ਰਿਕਗਨੇਸ਼ਨ ਕੀ ਹੁੰਦਾ ਕਿ ਆਪਾਂ ਨੂੰ ਮਤਲਬ ਕੁਛ ਕੁ ਵਰਡ ਦਿੱਤੇ ਨੇ ਟੈਕਸਟ ਦਿੱਤੇ ਹੁੰਦੇ ਨੇ ਰਿਟਨ ਦੇ ਵਿੱਚ ਜਾਂ ਉਹ ਪੇਪਰ 'ਤੇ ਵੀ ਹੋ ਸਕਦੇ ਨੇ ਜਾਂ ਤੁਹਾਡੀ ਜਿਹੜੀ ਕੰਪਿਊਟਰ ਦੀ ਸਕਰੀਨ 'ਤੇ ਵੀ ਹੋ ਸਕਦੇ ਨੇ ਸਟਾਈਲਸ ਦੀ ਫੋਰਮ 'ਚ ਠੀਕ ਹੈ ਇਹ ਉਹਨਾਂ ਰਿਕਗਨਾਈਜ਼ ਕਰਕੇ ਇੱਕ ਸ਼ੇਪ ਦਿੰਦਾ ਜਿਹਦੇ ਨਾਲ ਆਪਾਂ ਨੂੰ ਉਹ ਵਰਡਸ ਨੇ ਜਿਹੜੇ ਉਹ ਲੈਟਰ ਨੇ ਈਜ਼ੀਲੀ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ ਅਤੇ ਈਜ਼ੀਲੀ ਜਿਹੜਾ ਉਹ ਅੰਡਰਸਟੈਂਡ ਕਰ ਸਕਦੇ ਹਾਂ ਠੀਕ ਹੈ ਨੈਕਸਟ ਵਨ ਕਿ ਇੰਟੈਲੀਜੈਂਟ robots are able to perform the task given by a human. They have sensors to detect physical data from the real world such as light. ਜਿਵੇਂ ਰੋਬੋਟ ਦਾ ਕੰਮ ਕੀ ਹੁੰਦਾ ਕਿ ਮਤਲਬ ਇਹੋ ਜਿਹੇ ਟਾਸਕ ਪਰਫੋਰਮ ਕਰ ਰਹੇ ਜਿਹੜੇ ਮਤਲਬ ਹਿਊਮਨ ਦੁਆਰਾ ਉਹਨੂੰ ਦਿੱਤੇ ਜਾਂਦੇ ਨੇ ਠੀਕ ਹੈ ਉਹਨਾਂ 'ਚ ਸੈਂਸਰਸ ਲੱਗੇ ਹੁੰਦੇ ਨੇ ਜਿਹੜੇ ਫਿਜ਼ੀਕਲ ਡਾਟਾ ਨੂੰ ਡਿਟੈਕਟ ਕਰਦੇ ਨੇ ਅਤੇ ਤੁਹਾਨੂੰ ਜਿਹੜੀ ਹੈ ਉਹ ਇਨਫੋਰਮੇਸ਼ਨ ਦਿੰਦੇ ਨੇ ਜਿੱਦਾਂ ਮਤਲਬ ਜਿਹੜੇ ਉਹਦੇ ਵਿੱਚ ਸੈਂਸਰਸ ਲੱਗੇ ਹੁੰਦੇ ਨੇ ਉਹ ਲਾਈਟ ਹੀਟ ਟੈਂਪਰੇਚਰ ਮੂਵਮੈਂਟ ਸਾਊਂਡ ਬੰਪ ਐਂਡ ਪ੍ਰੈਸ਼ਰ ਉਹ ਸਾਰਿਆਂ ਨੂੰ ਤੁਹਾਡੇ ਸਾਹਮਣੇ ਜਿਹੜਾ ਉਹ ਰਿਕਗਨਾਈਜ਼ ਕਰਦੇ ਨੇ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਠੀਕ ਹੈ ਦੇ ਹੈਵ ਐਫੀਸ਼ੀਐਂਟ ਪ੍ਰੋਸੈਸਰਸ ਮਲਟੀਪਲ ਸੈਂਸਰ ਐਂਡ ਹਿਊਜ਼ ਮੈਮਰੀ ਟੂ ਐਗਜ਼ੀਬਿਟ ਇੰਟੈਲੀਜੈਂਸ ਇਹਦੇ ਵਿੱਚ ਮਤਲਬ ਜਿਹੜੇ ਆਪਣੇ ਰੋਬੋਟ ਹੁੰਦੇ ਨੇ ਇਹਦੇ ਵਿੱਚ ਅਲੱਗ ਤੋਂ ਐਫੀਸ਼ੀਐਂਟ ਪ੍ਰੋਸੈਸਰਸ ਲੱਗੇ ਹੁੰਦੇ ਨੇ ਅਤੇ ਹੋਰ ਮਲਟੀਪਲ ਸੈਂਸਰ ਲੱਗੇ ਨੇ ਇਹਦੇ ਕੋਲ ਬਹੁਤ ਜ਼ਿਆਦਾ ਮੈਮਰੀ ਹੁੰਦੀ ਜਿਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹ ਸਟੋਰ ਕਰ ਲੈਂਦਾ ਅਤੇ ਤੁਹਾਨੂੰ ਪ੍ਰੋਵਾਈਡ ਕਰਵਾਉਂਦਾ ਠੀਕ ਹੈ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆਪਾਂ ਜਦੋਂ ਆਪਾਂ ਡਿਵੈਲਪ ਕਰਦੇ ਹਾਂ ਡਿਜ਼ਾਈਨ ਕਰਦੇ ਉਹਦੇ ਲਈ ਕੁਛ ਕੁ ਸਟੇਟਸ ਹੁੰਦੀਆਂ ਨੇਗੀਆਂ ਸਟੇਟ ਆਪਣੀ ਕੀ ਹੁੰਦੀ ਹੈ ਕਨਫੀਗਰੇਸ਼ਨ ਆਫ ਗੇਮ ਐਟ ਐਨੀ ਪੁਆਇੰਟ ਮਤਲਬ ਕਿਸੇ ਵੀ ਪੁਆਇੰਟ 'ਤੇ ਕਿਸੇ ਵੀ ਗੇਮ ਦੀ ਕਨਫੀਗਰੇਸ਼ਨ ਕਰਨਾ ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ ਸਟੇਟ ਕਹਿੰਦੇ ਹਾਂ ਇਹਦੇ ਵਿੱਚ ਫਸਟ ਪੁਆਇੰਟ ਕੀ ਹੁੰਦਾ ਸਟੇਟ ਸਪੇਸ ਡਿਸਕ੍ਰਿਪਸ਼ਨ ਆਫ ਆਲ ਪੋਸੀਬਲ ਸਟੇਟਸ ਰੀਚੇਬਲ ਫਰੋਮ ਇਨੀਸ਼ੀਅਲ ਸਟੇਟ ਮਤਲਬ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਵੀ ਆਪਾਂ ਕੋਈ ਵੀ ਡਿਜ਼ਾਈਨ ਕਰਦੇ ਜਾਂ ਕੋਈ ਗ੍ਰਾਫ ਬਣਾਉਣਾ ਉਹਦੇ ਵਿੱਚ ਜਿਹੜੀਆਂ ਸਾਰੀਆਂ ਪੋਸੀਬਲ ਡਿਸਕ੍ਰਿਪਸ਼ਨਸ ਹੁੰਦੀਆਂ ਨੇ ਉਹ ਕਿੱਥੋਂ ਸਟਾਰਟ ਹੁੰਦੀਆਂ ਨੇ ਇਨੀਸ਼ੀਅਲ ਸਟੇਟ ਤੋਂ ਫਾਈਨਲ ਸਟੇਟ ਤੱਕ ਜਾਂਦੀਆਂ ਨੇ ਠੀਕ ਹੈ ਫੋਰਮਸ ਆਫ ਅ ਗ੍ਰਾਫ ਇਹਦੇ ਵਿੱਚ ਨੋਡਸ ਆ ਜਿਹੜਾ ਉਹਨਾਂ ਨੂੰ ਆਪਾਂ ਸਟੇਟਸ ਦੇ ਨਾਲ ਡਿਸਕਰਾਈਬ ਕਰਾਂਗੇ ਅਤੇ ਜਿਹੜੀ ਆਰਕਸ ਹੁੰਦੀਆਂ ਨੇ ਉਹਨੂੰ ਐਕਸ਼ਨਸ ਨਾਲ ਜਿੱਦਾਂ ਆਪਾਂ ਲਾ ਲਓ ਇੱਦਾਂ ਗ੍ਰਾਫ ਬਣਿਆ ਹੋਇਆ ਇੱਧਰ ਕੀ ਆ ਨੋਡਸ ਆ ਗਈਆਂ ਜਿਹਨਾਂ ਨੂੰ ਆਪਾਂ ਕਾਹਦੇ ਨਾਲ ਡਿਸਕਰਾਈਬ ਕਰਾਂਗੇ ਸਟੇਟਸ ਨਾਲ ਠੀਕ ਹੈ ਅਤੇ ਇੱਧਰ ਆਪਣੇ ਕੀ ਆ ਗਈਆਂ ਆਰਕਸ ਆ ਗਈਆਂ ਇਹਨਾਂ ਨੂੰ ਆਪਾਂ ਕਾਹਦੇ ਨਾਲ ਡਿਸਕਰਾਈਬ ਕਰਾਂਗੇ ਐਕਸ਼ਨਸ ਨਾਲ ਮਤਲਬ ਕਿਹੜੇ ਕਿਹੜੇ ਐਕਸ਼ਨ ਹੋ ਰਹੇ ਨੇ ਠੀਕ ਹੈ ਉਹਦੇ 'ਤੇ ਅੱਗੇ ਕੀ ਹੈ ਇਨੀਸ਼ੀਅਲ ਸਟੇਟ ਉਹੀ ਜਿਹੜੀ ਫਸਟ ਸਟੇਟ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਇਨੀਸ਼ੀਅਲ ਸਟੇਟ ਹੁੰਦੀ ਗੋਲ ਸਟੇਟ ਮਤਲਬ ਉਹਦਾ ਗੋਲ ਕੀ ਹੈਗਾ ਮੇਨ ਕੰਮ ਕੀ ਹੈ ਉਹਦਾ ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਗੋਲ ਸਟੇਟ ਪਾਥ ਕੋਸਟ ਮਤਲਬ ਉਹ ਜਿਹੜਾ ਪਾਥ ਤੈਅ ਕਰ ਰਿਹਾ ਉਹਦੀ ਕੋਸਟ ਕਿੰਨੀ ਕੁ ਉਹ ਕੋਸਟ ਲੈਂਦਾ ਠੀਕ ਹੈ ਉਹਨਾਂ ਨੂੰ ਪਾਥ ਕੋਸਟ ਕਹਿੰਦੇ ਹਾਂ ਪ੍ਰੋਡਕਸ਼ਨ ਰੂਲਸ ਕੁਛ ਕੁ ਇਹਦੇ ਰੂਲਸ ਹੁੰਦੇ ਨੇ ਜਿੱਦਾਂ ਮਤਲਬ ਉਹਨਾਂ ਨੂੰ ਆਪਾਂ ਐਕਸ਼ਨਸ ਵੀ ਕਹਿ ਦਿੰਦੇ ਹਾਂ ਓਪਰੇਟਰਸ ਵੀ ਕਹਿ ਦਿੰਦੇ ਹਾਂ ਜਿਹੜੇ ਕਰੰਟ ਸਟੇਟ 'ਤੇ ਮਤਲਬ ਅਪਲਾਈ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਇਹਦੇ ਨਾਲ ਡਿਸਕਰਾਈਬ ਕਰਦੇ ਹਾਂ ਰੂਲ ਐਕਸ ਵਾਈ ਠੀਕ ਹੈ ਅੱਗੇ ਕੀ ਆ ਪ੍ਰੋਡਕਸ਼ਨ ਸਿਸਟਮ artificial intelligence system developed for the solution of any problem
ਜਿਹੜੀ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਹੈ ਜਿਹੜਾ ਉਹ ਡਿਵੈਲਪ ਕੀਤਾ ਜਾਂਦਾ, ਮਤਲਬ ਕਿਸੇ ਵੀ ਇਹੋ ਜਿਹੀ ਪ੍ਰੋਬਲਮ ਕੰਪਲੈਕਸ ਤੋਂ ਕੰਪਲੈਕਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜਿਹੜਾ ਉਹ ਡਿਵੈਲਪ ਕਰਦੇ, ਜਿਹਦੇ ਵਿੱਚ ਮਤਲਬ ਆਪਾਂ ਕਿਸੇ ਵੀ ਤਰ੍ਹਾਂ ਦੀ ਚਾਹੇ ਕਹੀ ਜਿਹੀ ਮਰਜ਼ੀ ਪ੍ਰੋਬਲਮ ਹੋਵੇ ਉਹਨੂੰ ਆਪਾਂ ਈਜ਼ੀਲੀ ਜਿਹੜਾ ਉਹ ਸੋਲਵ ਕਰ ਸਕਦੇ ਹਾਂ। ਠੀਕ ਹੈ, ਇਹਦੇ ਵਿੱਚ ਕੰਪੋਨੈਂਟਸ ਕਿਹੜੇ ਹੁੰਦੇ ਨੇ? ਪ੍ਰੋਡਕਸ਼ਨ ਸਿਸਟਮ ਦੇ ਪ੍ਰੋਡਕਸ਼ਨ ਰੂਲਸ ਹੋ ਗਏ, ਨੌਲੇਜ ਬੇਸ ਹੋ ਗਿਆ, ਕੰਟਰੋਲ ਸਟ੍ਰੈਟਜੀ ਹੋ ਗਿਆ, ਆਰਡਰ ਇਨ ਵਿਚ ਰੂਲ ਇਜ਼ ਅਪਲਾਈਡ ਕੰਪੇਅਰ ਟੂ ਡਾਟਾਬੇਸ ਨੌਲੇਜ ਬੇਸ ਰੂਲ, ਜਿਹਦੇ ਵਿੱਚ ਮਤਲਬ ਆਰਡਰ ਹੈਗਾ ਇਹਦੇ ਵਿੱਚ ਕਾਹਦੇ 'ਤੇ ਅਪਲਾਈ ਕੀਤਾ ਜਾਂਦਾ ਹੈਗਾ, ਮਤਲਬ ਕਾਹਦੇ ਨਾਲ ਕੰਪੇਅਰ ਕੀਤਾ ਜਾਂਦਾ? ਡਾਟਾਬੇਸ ਅਤੇ ਨੌਲੇਜ ਬੇਸ ਰੂਲਸ ਦੇ ਨਾਲ। ਠੀਕ ਹੈ, ਰੂਲ ਅਪਲਾਇਰ ਮਤਲਬ ਜਿਹੜਾ ਰੂਲ ਹੈ ਜਿਹੜਾ ਉਹ ਅਪਲਾਈ ਕਰਦਾ ਉਹਨੂੰ ਆਪਾਂ ਰੂਲ ਅਪਲਾਇਰ ਵੀ ਕਹਿੰਦੇ ਹਾਂ। ਚੈੱਕ ਕਰੰਟ ਸਟੇਟ ਵਿਦ LHS ਆਫ ਰੂਲਸ ਇਨ ਨੌਲੇਜ ਬੇਸ ਐਂਡ ਫਾਈਂਡ ਐਪਰੋਪ੍ਰੀਏਟ ਰੂਲ ਟੂ ਅਪਲਾਈ, ਮਤਲਬ ਇਹ ਇਹੋ ਜਿਹਾ ਇੱਕ ਰੂਲ ਅਪਲਾਈ ਕਰਦਾ ਗਾ, ਐਪਰੋਪ੍ਰੀਏਟ ਰੂਲ ਕਹਿ ਦਿੰਦੇ ਜਿਹਨੂੰ ਆਪਾਂ, ਜਿਹਦੇ ਨਾਲ ਆਪਾਂ ਉਹਦੀ ਕੋਈ ਵੀ ਜਿਹੜੀ ਸਟੇਟ ਹੈ ਜਾਂ ਕੋਈ ਵੀ ਆਪਾਂ ਉਹਦੀ ਪ੍ਰੋਬਲਮ ਆ ਉਹ ਈਜ਼ਲੀ ਆ ਉਹ ਫਾਈਂਡ ਕਰ ਸਕਦੇ। ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਪ੍ਰੋਡਕਸ਼ਨ ਸਿਸਟਮ। ਇਹ ਇਹਦੇ 4 ਕੰਪੋਨੈਂਟ ਸੀ, ਪ੍ਰੋਡਕਸ਼ਨ ਰੂਲਸ, ਨੌਲੇਜ ਬੇਸ, ਕੰਟਰੋਲ ਸਟ੍ਰੈਟਜੀ, ਰੂਲ ਅਪਲਾਇਰ।